ਸੋ ਇਸੇ ਵਿਚਾਲੇ ਦਾਮਨ ਬਾਜਵਾ ਜੋ ਕਿ ਕਾਂਗਰਸ ਤੋਂ ਆਗੂ ਨੇ, ਉਹ ਸਾਡੇ ਨਾਲ ਜੁੜ ਚੁੱਕੇ ਨੇ। ਸੁਨਾਮ ਤੋਂ ਆਪਣੀ ਦਾਅਵੇਦਾਰੀ ਠੋਕ ਰਹੇ ਸੀ ਟਿਕਟ ਦੇ ਲਈ, ਪਰ ਸੁਨਾਮ ਤੋਂ ਜਿਹੜਾ ਉਹ ਜਸਵਿੰਦਰ ਸਿੰਘ ਧੀਮਾਨ ਉਹਨਾਂ ਨੂੰ, ਜੋ ਕਿ ਉਹਨਾਂ ਨੂੰ ਟਿਕਟ ਮਿਲ ਚੁੱਕੀ ਹੈ। ਸੋ ਉਸ ਦੇ ਉੱਪਰ ਗੱਲਬਾਤ ਕਰਾਂਗੇ। ਪਹਿਲਾਂ ਮੈਂ ਸਵਾਗਤ ਕਰਾਂਗਾ ਜਿਸ ਤਰੀਕੇ ਨਾਲ, ਔਰ ਦਾਮਨ ਬਾਜਵਾ ਜੀ ਦਾ ਬਹੁਤ ਬਹੁਤ ਸਵਾਗਤ ਹੈ ਇੰਡੀਆ ਨਿਊਜ਼ ਪੰਜਾਬ ਦੇ ਉੱਪਰ। ਮੈਮ, ਕਿਵੇਂ ਦੇਖਦੇ ਹੋ ਜਿਹੜਾ ਕਿ ਕਾਂਗਰਸ ਦੀ ਦੂਜੀ ਸੂਚੀ ਜਾਰੀ ਹੋਈ ਹੈ, ਪਹਿਲੀ ਸੂਚੀ ਜਾਰੀ ਹੋਈ ਹੈ, ਤੁਹਾਨੂੰ ਕੀ ਲੱਗਦਾ ਕਿ ਮਹਿਲਾਵਾਂ ਨੂੰ ਕਿਤੇ ਨਾ ਕਿਤੇ ਦਰਕਿਨਾਰ ਕੀਤਾ ਗਿਆ ਔਰ ਜੋ ਬਣਦਾ ਹੱਕ ਸੀਗਾ ਉਹ ਮਿਲਿਆ ਮਹਿਲਾਵਾਂ ਨੂੰ ਜਾਂ ਨਹੀਂ? ਜੀ ਦਾਮਨ ਜੀ, ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈ? ਹੁਣ ਆਈ ਹੈ ਜੀ ਤੁਹਾਡੀ ਆਵਾਜ਼। ਜੀ ਜੀ ਜੀ, ਪਹਿਲਾਂ ਤਾਂ ਇੰਡੀਆ ਨਿਊਜ਼ ਪੰਜਾਬ ਦੇ ਉੱਪਰ ਸਵਾਗਤ ਹੈ ਦਾਮਨ ਜੀ। ਮੈਂ ਸ਼ੁਰੂਆਤ ਇਸੇ ਗੱਲ ਤੋਂ ਕਰਾਂਗਾ ਕਿ ਕਾਂਗਰਸ ਪਾਰਟੀ ਵੱਲੋਂ ਜਿਹੜੀ ਦੋ ਸੂਚੀਆਂ ਜਾਰੀ ਕੀਤੀ ਗਈਆਂ ਨੇ, ਰਾਤ ਵੀ ਇੱਕ ਸੂਚੀ ਜਾਰੀ ਕੀਤੀ ਗਈ ਹੈ ਔਰ ਇੱਕ 86 ਉਮੀਦਵਾਰਾਂ ਦੀ ਪਹਿਲਾਂ ਸੂਚੀ ਜਾਰੀ ਕੀਤੀ ਗਈ ਹੈ। ਮੇਰਾ ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਕੀ ਮਹਿਲਾਵਾਂ ਨੂੰ ਲੈ ਕੇ ਜੋ ਨਵਜੋਤ ਸਿੰਘ ਸਿੱਧੂ ਨੇ ਵੀ ਕਈ ਐਲਾਨ ਕੀਤੇ ਵੱਖ-ਵੱਖ ਸਟੇਜਾਂ ਤੋਂ, ਕਿ ਮਹਿਲਾਵਾਂ ਨੂੰ ਜੋ ਲਿਸਟਾਂ ਜਾਰੀ ਹੋਈਆਂ ਨੇ ਕਾਂਗਰਸ ਦੀਆਂ ਉਹਦੇ ਵਿੱਚ ਦਰਕਿਨਾਰ ਕੀਤਾ ਗਿਆ, ਬਣਦਾ ਹੱਕ ਜਿਹੜਾ ਨਹੀਂ ਮਿਲਿਆ? ਬਿਲਕੁਲ ਜੀ, ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ 100 ਤੋਂ ਉੱਪਰ ਸੀਟਸ ਜਿਹੜੀਆਂ ਅਨਾਉਂਸ ਹੋਣ ਦੇ ਬਾਵਜੂਦ ਵੀ ਸਿਰਫ 9 ਜਾਂ 10 ਹੀ ਮਹਿਲਾਵਾਂ ਨੂੰ ਜਿਹੜਾ ਹੈਗਾ ਇਹਦੇ ਵਿੱਚ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਹੈ। ਸੋ ਇਹ ਬਹੁਤ ਹੀ ਮੈਂ ਕਹਿੰਦੀ ਹਾਂ ਕਿ ਦੁਰਭਾਗਿਆਵਸ਼ ਹੈਗਾ ਹੈ ਮਹਿਲਾਵਾਂ ਵਾਸਤੇ ਔਰ ਕਾਂਗਰਸ ਪਾਰਟੀ ਵਾਸਤੇ ਵੀ, ਕਿਉਂਕਿ ਬਾਕੀ ਸਟੇਟਸ ਵਿੱਚ ਜਿੱਥੇ ਆਪਾਂ ਨਾਰਾ ਦਿੱਤਾ ਹੈ ਲੜਕੀ ਹੂੰ ਲੜ ਸਕਤੀ ਹੂੰ, ਤੇ ਇਹੀ ਨਾਰਾ ਜੇ 40% ਨਹੀਂ ਤਾਂ ਘੱਟੋ ਘੱਟ ਕੋਈ 20-30% ਤਾਂ ਪੰਜਾਬ ਵਿੱਚ ਵੀ ਮਹਿਲਾਵਾਂ ਸਨ ਜਿਹੜੀਆਂ ਆਮ ਘਰਾਂ 'ਚ ਉੱਠ ਕੇ ਮਿਹਨਤ ਨਾਲ ਪੋਲਿਟਿਕਸ ਵਿੱਚ ਹਿੱਸਾ ਲੈ ਰਹੀਆਂ ਸੀ, ਅੱਗੇ ਆਉਣ ਦੀ ਇੱਛਾ ਜਾਂ ਸ਼ਮਤਾ ਰੱਖਦੀਆਂ ਸੀ, ਪਰ ਉਹਨਾਂ ਨੂੰ ਇਗਨੋਰ ਕੀਤਾ ਗਿਆ। ਦਾਮਨ ਜੀ, ਕੀ ਕਾਰਨ ਮੰਨਦੇ ਹੋ ਕਿ ਟਿਕਟ ਜਿਹੜੀ ਹੈ ਤੁਹਾਡੀ ਕੱਟੀ ਗਈ ਹੈ? ਤੁਹਾਡੇ ਮੁਤਾਬਕ ਕੀ ਕਾਰਨ ਹੋ ਸਕਦਾ ਹੈ? ਮੈਂ ਤਾਂ ਇਹੀ ਦੀ ਓਨਲੀ ਕੋਈ ਸੈਟਲਮੈਂਟ ਹੋਈ ਹੈ, ਵੱਡੇ ਲੀਡਰਾਂ ਨੂੰ ਨਾਰਾਜ਼ ਨਾ ਕਰਨ ਕਰਕੇ ਪਾਰਟੀ ਨੇ ਉਹਨਾਂ ਨੂੰ ਹਾਈ ਕਮਾਂਡ ਮਜਬੂਰ ਹੋ ਗਈ ਔਰ ਇੱਕ ਸਮਝੌਤੇ ਤਹਿਤ ਅਮਰਗੜ੍ਹ ਤੇ ਸੁਨਾਮ ਦੀਆਂ ਜਿਹੜੀਆਂ ਸੀਟਾਂ ਉਹ ਅਦਲਾ ਬਦਲੀ ਕੀਤੀਆਂ ਗਈਆਂ। ਦਾਮਨ ਜੀ, ਜੋ ਲਿਸਟਾਂ ਜਾਰੀ ਹੋਈਆਂ ਨੇ, ਜਿਸ ਤਰੀਕੇ ਨਾਲ ਪਹਿਲਾਂ ਇਹ ਗੱਲ ਕਾਂਗਰਸ ਵੱਲੋਂ ਕਹੀ ਗਈ ਸੀ ਕਿ ਇੱਕ ਪਰਿਵਾਰ ਦੇ ਵਿੱਚੋਂ 2 ਜੀਆਂ ਨੂੰ ਜਿਹੜੀ ਟਿਕਟ ਨਹੀਂ ਦਿੱਤੀ ਜਾਊਗੀ, ਸੋ ਇਹ ਜਿਹੜੀ ਜਾਰੀ ਹੋਈ ਹੈ ਸੂਚੀ, ਉਸ ਦੇ ਵਿੱਚ ਹੁਣ ਕੱਲ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਜੋ ਕਲੋਜ਼ ਨੇ ਉਹਨਾਂ ਦੇ ਵੀ ਇੱਕ ਬੇਟੇ ਨੂੰ ਟਿਕਟ ਜਾਰੀ ਹੋਈ ਹੈ। ਇਸ ਦੇ ਨਾਲ ਹੀ ਹਰਚਰਨ ਬਰਾੜ ਉਹਨਾਂ ਦੇ ਡਾਟਰ ਇਨ ਲਾਅ ਨੂੰ, ਉਹਨਾਂ ਦੀ ਨੂੰਹ ਨੂੰ ਜਿਹੜੀ ਹੈ ਟਿਕਟ ਜਾਰੀ ਹੋਈ ਹੈ। ਕਿਵੇਂ ਦੇਖਦੇ ਹੋ? ਪਾਰਟੀ ਵੱਲੋਂ ਪਹਿਲਾਂ ਇਹ ਚੀਜ਼ ਕਹੀ ਗਈ ਸੀ ਕਿ ਪਰਿਵਾਰ ਦੇ ਵਿੱਚੋਂ 2 ਜੀਆਂ ਨੂੰ ਜਿਹੜੀ ਹੈ ਟਿਕਟ ਨਹੀਂ ਹੋਏਗੀ, ਔਰ ਬਾਅਦ ਦੇ ਵਿੱਚ ਅਗਰ ਇਸ ਤਰੀਕੇ ਦੀ ਚੀਜ਼ ਹੁੰਦੀ ਹੈ। ਉਹੀ ਤਾਂ ਬਿਲਕੁਲ ਇਹੀ ਤਾਂ ਦੁਰਭਾਗਿਆਵਸ਼ ਗੱਲ ਹੈ ਕਿ ਜਿਹੜੀ ਗੱਲ ਪਾਰਟੀ ਨੇ ਵਰਬਲੀ ਔਰ ਵੋਕਲੀ ਪਬਲਿਕਲੀ ਅਨਾਉਂਸ ਕੀਤੀ ਸੀਗੀ ਕਿ ਅਸੀਂ ਕਿਸੇ ਦੇ ਮੁੰਡੇ ਨੂੰ, ਭਤੀਜੇ ਨੂੰ ਟਿਕਟ ਨਹੀਂ ਦੇਵਾਂਗੇ, ਜਿਹੜੇ ਸਿਟਿੰਗ ਐਮਐਲਏਜ਼ ਉਹ ਆਪਣਾ ਹਲਕਾ ਨਹੀਂ ਬਦਲ ਸਕਦੇ, ਉੱਥੋਂ ਹੀ ਇਲੈਕਸ਼ਨ ਲੜਨਗੇ, ਭੱਜ ਨਹੀਂ ਸਕਦੇ ਜਿੱਥੇ 5 ਸਾਲ ਕੰਮ ਕੀਤਾ ਹੈ। ਉਸ ਦੇ ਬਾਵਜੂਦ ਵੀ ਜੇ ਤੁਸੀਂ ਦੇਖੋ ਤਾਂ ਸੁਨਾਮ ਵਿੱਚ ਵੀ ਇਹ ਦੋਨੋਂ ਹੀ ਜਿਹੜੇ ਰੂਲਸ ਪਾਰਟੀ ਵੱਲੋਂ ਰੱਖੇ ਗਏ ਸੀਗੇ ਉਹ ਫਲਾਊਟ ਕੀਤੇ ਗਏ ਹੈ। ਜਿਨ੍ਹਾਂ ਨੂੰ ਸੁਨਾਮ ਤੋਂ ਟਿਕਟ ਮਿਲੀ ਹੈ ਉਹ ਇੱਕ ਸਿਟਿੰਗ ਐਮਐਲਏ ਦੇ ਭਤੀਜੇ ਨੇ, ਉਸ ਤੋਂ ਇਲਾਵਾ ਉਹਨਾਂ ਕੋਲ ਕੋਈ ਹੋਰ ਕੁਆਲੀਫਿਕੇਸ਼ਨ ਜਾਂ ਡੈਜ਼ਿਗਨੇਸ਼ਨ ਪਾਰਟੀ ਵਿੱਚ ਨਹੀਂ ਹੈਗੀ ਔਰ ਨਾ ਹੀ ਉਹਨਾਂ ਨੇ ਕਦੀ ਸੁਨਾਮ ਵਿੱਚ ਕੰਮ ਕੀਤਾ ਹੈ, ਨਾ ਉਹ ਗਰਾਊਂਡ ਨਾਲ ਜੁੜੇ, ਨਾ ਉਹਨਾਂ ਦੀ ਕੋਈ ਪਹਿਚਾਣ ਹੈ। ਔਰ ਦੂਜੇ ਪਾਸੇ ਜਿਹੜੇ ਸਿਟਿੰਗ ਐਮਐਲਏ ਸੀ ਅਮਰਗੜ੍ਹ ਤੋਂ, ਕਿਉਂਕਿ ਉਹ ਉੱਥੋਂ ਨਹੀਂ ਸੀ ਲੜਨਾ ਚਾਹੁੰਦੇ, ਉਹਨਾਂ ਨੂੰ ਐ ਸੀਗਾ ਕਿ ਸ਼ਾਇਦ ਮੈਂ ਉੱਥੋਂ ਹਾਰ ਰਿਹਾ, ਤਾਂ ਉਹਨਾਂ ਨੂੰ ਇਹ ਅਵਸਰ ਦਿੱਤਾ ਗਿਆ ਕਿ ਉਹ ਸੁਨਾਮ ਤੋਂ ਆਪਣਾ ਜਿਹੜਾ ਦਾਅਵਾ ਹੈ ਉਹ ਠੋਕ ਸਕਣ। ਅੱਛਾ ਦਾਮਨ ਜੀ, ਕਈ ਥਾਵਾਂ ਤੇ ਜਿਵੇਂ ਸਾਹਨੇਵਾਲ ਦੇ ਵਿੱਚ ਵੀ ਸਤਵਿੰਦਰ ਬਿੱਟੀ ਹੋਣੀ ਦਾਅਵੇਦਾਰੀ ਕਰ ਰਹੇ ਸਨ, ਪਰ ਟਿਕਟ ਜਿਹੜੀ ਆ ਉਹਨਾਂ ਨੂੰ ਨਹੀਂ ਮਿਲੀ ਹੈਗੀ ਆ। ਬੀਬੀ ਰਜਿੰਦਰ ਕੌਰ ਭੱਠਲ ਉਹਨਾਂ ਦੇ ਜੋ ਜਵਾਈ ਨੇ ਉਹਨਾਂ ਨੂੰ ਟਿਕਟ ਗਈ ਹੈਗੀ ਆ ਸਾਹਨੇਵਾਲ ਦੇ ਵਿੱਚ, ਤਾਂ ਉਹ ਜ਼ਿਕਰ ਕਰ ਰਹੇ ਸੀ ਵੱਖ-ਵੱਖ ਚੈਨਲਾਂ ਦੇ ਉੱਪਰ ਕਿ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਨਾਲ ਜਾਂ ਅਕਾਲੀ ਦਲ ਦੇ ਨਾਲ ਰਲ ਕੇ ਜਿਹੜੀ ਹੈ ਕਾਂਗਰਸ ਚੋਣ ਲੜ ਰਹੀ ਹੈ। ਤੁਸੀਂ ਇਤਫਾਕ ਰੱਖਦੇ ਹੋ ਇਸ ਬਿਆਨ ਦੇ ਨਾਲ? नहीं, मैं समझती हाँ कि किसी पार्टी नाल रल के नहीं, पर कांग्रेस पार्टी ने बहुत थावां ते जिहड़ी चॉइस ऑफ कैंडीडेट्स हैगे है
ਉਹ ਇਸ ਹਿਸਾਬ ਨਾਲ ਕੀਤੇ ਹੈ ਕਿ ਜਿਨ੍ਹਾਂ ਦੇ ਵਿੱਚ ਵਿਨੇਬਿਲਿਟੀ ਨਾਲੋਂ ਸੂਟੇਬਿਲਿਟੀ ਜਿਹੜਾ ਕ੍ਰਾਈਟੇਰੀਆ ਉਸ ਨੂੰ ਜ਼ਿਆਦਾ ਤਵੱਜੋ ਦਿੱਤੀ ਹੈ। ਜੇ ਆਪਾਂ ਸਨਾਮ ਦੀ ਗੱਲ ਕਰੀਏ ਤਾਂ ਸਨਾਮ ਹੈਜ਼ ਆਲਵੇਜ਼ ਬੀਨ ਅ ਵੈਰੀ ਡਿਫਿਕਲਟ ਸੀਟ ਫॉर ਕਾਂਗਰਸ ਪਾਰਟੀ। ਕਾਂਗਰਸ ਇੱਥੇ ਪਿਛਲੇ 6 ਵਾਰੀ ਇਤੋਂ ਚੋਣ ਹਾਰੀ ਹੈ। ਉਸ ਦੇ ਬਾਵਜੂਦ ਮੈਨੂੰ ਪਿਛਲੀ ਵਾਰ ਜੋ ਟਿਕਟ ਦਿੱਤੀ ਗਈ ਸੀ ਇਹੀ ਕਹਿ ਕੇ ਦਿੱਤੀ ਗਈ ਸੀ ਕਿ ਇਹ ਹਾਰਨ ਵਾਲੀ ਸੀਟ ਹੈ, ਪਰ ਤੁਸੀਂ 5 ਸਾਲ ਡਟ ਕੇ ਮਿਹਨਤ ਕਰਿਓ, ਤੁਸੀਂ ਅਗਲੀ ਵਾਰ ਇਹਨੂੰ ਜਿੱਤੋਗੇ। ਔਰ ਜਦੋਂ ਐਕਚੁਅਲ ਜੋ ਮੌਕਾ ਆਇਆ ਉਹ ਹਾਲਾਤ ਪੈਦਾ ਹੋਏ ਕਿ 22 ਸਾਲ ਬਾਅਦ ਸਨਾਮ ਵਿੱਚ ਕਾਂਗਰਸ ਪਾਰਟੀ ਇਕਜੁੱਟ ਹੋਈ ਔਰ ਕਾਂਗਰਸ ਵਿੱਚ ਜਾੜ ਪਈ ਔਰ ਅੱਜ ਅਸੀਂ ਪੂਰਾ ਜਿੱਤਣ ਵਾਲੇ ਮਾਹੌਲ 'ਚ ਸੀਗੇ, ਤਾਂ ਅੱਜ ਟਿਕਟ ਕੱਟ ਕੇ ਜਦੋਂ ਇੱਕ ਨਵੇਂ ਬੰਦੇ ਨੂੰ ਦੇ ਦਿੱਤੀ ਜਾਂਦੀ ਹੈ ਜਿਹਦਾ ਕਿ ਕੋਈ ਕੰਮ ਹੀ ਨਹੀਂ ਹੈਗਾ, ਜਿਹਦਾ ਸੁਨਾਮ ਨਾਲ ਕੋਈ ਰਿਲੇਸ਼ਨ ਹੀ ਨਹੀਂ ਹੈਗਾ, ਜਿਹੜਾ ਸੁਨਾਮ ਨਾਲ ਕੋਈ ਲੈਣਾ ਦੇਣਾ ਨਹੀਂ, ਤੇ ਫਿਰ ਆਬਵੀਅਸਲੀ ਇਹ ਮੰਨਿਆ ਜਾ ਸਕਦਾ ਹੈ ਕਿ ਇਹ ਟਿਕਟ ਵੀ ਬੜੀ ਈਜ਼ੀਲੀ ਕਿਸੇ ਹੋਰ ਪਾਰਟੀ ਨੂੰ ਪਲੈਟਰ ਤੇ ਸਰਵ ਕੀਤੀ ਗਈ ਹੈ। ਅੱਛਾ, ਤੁਸੀਂ ਕਹਿ ਰਹੇ ਹੋ ਵੀ ਸੂਟੇਬਿਲਿਟੀ ਦਾ ਮਤਲਬ ਇਹ ਹੋਇਆ ਕਿ ਕਿਸੇ ਹੋਰ ਪਾਰਟੀ ਨੂੰ ਸੂਟੇਬਲ ਕਰਦਾ ਹੋਵੇ ਤੁਹਾਡਾ ਕੈਂਡੀਡੇਟ ਕਾਂਗਰਸ ਦਾ? ਨਹੀਂ, ਸੂਟੇਬਿਲਿਟੀ ਤੋਂ ਮੇਰਾ ਮਤਲਬ ਇਹ ਹੈ ਕਿ ਲੀਡਰਸ਼ਿਪ ਨੇ ਰਾਦਰ ਦੈਨ ਵਿਨੇਬਿਲਿਟੀ ਕ੍ਰਾਈਟੇਰੀਆ ਨੂੰ ਮੁੱਖ ਰੱਖਣ ਦੇ ਬਜਾਏ ਇਹ ਵੇਖਿਆ ਕਿ ਮੇਰਾ ਅਲਾਈ ਕੌਣ ਹੈ ਔਰ ਮੇਰਾ ਦੁਸ਼ਮਣ ਕੌਣ ਹੈ, ਮੇਰਾ ਵਿਰੋਧੀ ਕੌਣ ਹੈ, ਇਸ ਹਿਸਾਬ ਨਾਲ ਟਿਕਟਾਂ ਜ਼ਿਆਦਾ ਵੰਡੀਆਂ। ਅੱਛਾ, ਤੁਸੀਂ ਇੱਕ ਬੜਾ ਅਹਿਮ ਪੁਆਇੰਟ ਦਾ ਜ਼ਿਕਰ ਕੀਤਾ ਕਿ ਪਿਛਲੀ ਵਾਰ ਤੁਹਾਨੂੰ ਕਿਹਾ ਗਿਆ ਸੀ ਕਿ ਤੁਸੀਂ ਕਿ ਕਾਫੀ ਮੁਸ਼ਕਿਲ ਸੀਟ ਹੈ ਔਰ ਜਿੰਨਾ ਮੁਸ਼ਕਿਲ ਹੈ ਪਰ ਤੁਸੀਂ ਇਹਦੇ ਉੱਪਰ ਮਿਹਨਤ ਕਰੋ, ਇਹੀ ਗੱਲ ਦਾ ਜ਼ਿਕਰ ਕਰ ਰਹੇ ਹੋ ਤੁਸੀਂ? ਬਿਲਕੁਲ ਮੈਨੂੰ ਪਿਛਲੀ ਵਾਰ ਵੀ ਟਿਕਟ ਰਾਹੁਲ ਜੀ ਨੇ ਦਿੱਤੀ ਸੀ ਔਰ ਕਹਿ ਕੇ ਦਿੱਤੀ ਗਈ ਸੀ ਕਿ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਵੱਲੋਂ ਔਰ ਸਾਰੇ। ਅੱਛਾ, 2017 ਇਹ ਗੱਲ 2017 ਦੀ ਹੈ ਮੈਮ? ਹਾਂ 2017 ਦੀ। ਮੈਂ ਜਾਣਨਾ ਇਹ ਚਾਹੁੰਦਾ ਕਿ ਉਸ ਦਰਮਿਆਨ ਹੁਣ ਤੁਹਾਡੀ ਟਿਕਟ ਕੱਟੀ ਗਈ ਆ, ਉਸ ਵੇਲੇ ਤੁਹਾਨੂੰ ਟਿਕਟ ਦਿੱਤੀ ਗਈ ਸੀ ਪਰ ਚਲੋ ਜਿਹੜੀ ਆ ਜਿੱਤ ਨਹੀਂ ਹੋ ਪਾਈ ਕਿਸੇ ਵੀ ਕਾਰਨ ਕਰਕੇ ਕਹਿ ਲਓ, ਤੇ ਹੁਣ ਜਿਹੜੀ ਟਿਕਟ ਕੱਟੀ ਗਈ ਹੈ ਕੀ ਇਹ ਜੋ ਵੱਡੇ ਜੋ ਪਾਰਟੀ ਦੇ ਵਿੱਚ ਵਿਸਥਾਰ ਹੋਇਆ, ਢਾਂਚੇ ਦਾ ਵਿਸਥਾਰ ਹੋਇਆ ਪਾਰਟੀ ਦੇ ਵਿੱਚ, ਜੋ ਵੱਡੇ ਅਹੁਦਿਆਂ ਤੇ ਬੈਠੇ ਨੇ, ਖਾਸ ਤੌਰ ਤੇ ਜੋ ਕਮੇਟੀ ਹੈ ਜਾਂ ਪ੍ਰਧਾਨਗੀ ਦਾ ਅਹੁਦਾ ਹੈਗਾ, ਉਹਨਾਂ ਦੇ ਵਿੱਚ ਚੇਂਜ ਆਉਣ ਦੇ ਨਾਲ ਇਹ ਚੇਂਜ ਹੋਈ ਹੈ? ਮੈਂ ਇਹ ਤਾਂ ਨਹੀਂ ਕਹਿਣਾ ਚਾਹੂੰਗੀ, ਬਟ ਆਫ ਕੋਰਸ ਜਦੋਂ ਇਹੋ ਜਿਹੇ ਫੈਸਲੇ ਲਏ ਗਏ ਹੈ ਤਾਂ ਆਬਵੀਅਸਲੀ ਇਹੀ ਸਟੇਕ ਹੋਲਡਰਸ ਸੀਗੇ, ਇਹੀ ਡਿਸੀਜਨ ਮੇਕਿੰਗ ਬੋਡੀ ਚ ਸੀਗੇ, ਇਹਨਾਂ ਨੇ ਹੀ ਫੈਸਲਾ ਲੈਣਾ ਸੀਗਾ, ਸਾਰੀਆਂ ਟਿਕਟਾਂ ਤੇ ਡਿਸਾਈਡ ਇਹਨਾਂ ਨੇ ਹੀ ਕੀਤਾ ਹੈ। ਤੇ ਆਫ ਕੋਰਸ ਜਦੋਂ ਇਹ ਪਤਾ ਲੱਗਦਾ ਹੈ ਕਿ ਜਿਹੜੇ ਬੰਦੇ ਨੂੰ ਅਮਰਗੜ੍ਹ ਤੋਂ ਵੀ ਟਿਕਟ ਦਿੱਤੀ ਗਈ ਹੈ ਉਹਦਾ ਵੀ ਕੋਈ ਪੋਲੀਟੀਕਲ ਕੱਦ ਨਹੀਂ, ਕੋਈ ਪੋਲੀਟੀਕਲ ਆਧਾਰ ਨਹੀਂ ਹੈਗਾ, ਔਰ ਅਮਰਗੜ੍ਹ ਵਿਖੇ ਤਾਂ ਨਾ ਉਹ ਰਹਿੰਦੇ ਨੇ, ਉਹ ਧੂਰੀ ਨੂੰ ਬਿਲੋਂਗ ਕਰਦੇ ਔਰ ਇੱਕ ਵੱਡੇ ਘਰਾਣੇ ਤੋਂ ਸੰਬੰਧ ਰੱਖਦੇ ਔਰ ਸਿਰਫ ਪੀਸੀਸੀ ਪ੍ਰਧਾਨ ਨਾਲ ਉਹਨਾਂ ਦੀ ਨਜ਼ਦੀਕੀ ਹੀ ਇੱਕ ਐਸਾ ਕਾਰਨ ਹੈ ਜਿਸ ਕਰਕੇ ਉਹਨਾਂ ਨੂੰ ਉੱਥੇ ਐਡਜਸਟ ਕੀਤਾ ਗਿਆ ਹੈ। ਤਾਂ ਆਬਵੀਅਸਲੀ ਲੀਡਰਸ਼ਿਪ ਦੇ ਡਿਸੀਜਨ ਕਰਕੇ ਹੀ ਇਹ ਜਿਹੜੀਆਂ ਟਿਕਟਾਂ ਹੈ ਇਹ ਬਦਲੀਆਂ ਗਈਆਂ। ਠੀਕ ਹੈ। ਅੱਛਾ ਦਾਮਨ ਜੀ, ਮੈਂ ਇਹ ਵੀ ਜਾਣਨਾ ਚਾਹੂੰਗਾ ਕਿ ਜਿਵੇਂ ਕਈ ਥਾਵਾਂ ਤੋਂ ਫਿਰੋਜ਼ਪੁਰ ਦਿਹਾਤੀ ਤੋਂ ਉੱਥੋਂ ਆਸ਼ੂ ਬਾਂਗੜ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ ਜੋ ਕਿ ਤਾਜ਼ੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ, ਔਰ ਉਸ ਸੀਟ ਦੇ ਉੱਪਰ ਵੀ ਕਿਤੇ ਨਾ ਕਿਤੇ ਵਿਰੋਧ ਬਗਾਵਤ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ। ਸਾਹਨੇਵਾਲ ਦੀ ਸੀਟ ਵੀ ਕੁਝ ਇਸੇ ਤਰੀਕੇ ਦੀ ਹੈਗੀ ਆ। ਤੁਹਾਨੂੰ ਕੀ ਲੱਗਦਾ ਕਿ ਇਹ ਸਾਰੀ ਬਗਾਵਤ ਦਾ ਕਾਂਗਰਸ ਦੀ ਪਰਫਾਰਮੈਂਸ ਦੇ ਉੱਪਰ ਇਸ ਖਾਸ ਚੋਣਾਂ ਦੇ ਵਿੱਚ ਕਿੰਨਾ ਕੁ ਅਸਰ ਪਏਗਾ? ਦੇਖੋ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ, ਸਾਫ਼ ਕਰਨਾ ਚਾਹੁੰਦੀ ਹਾਂ ਕਿ ਜਦੋਂ ਵੀ ਜਿਹੜਾ ਵਿਅਕਤੀ, ਖਾਸ ਕਰਕੇ ਉਹ ਵਿਅਕਤੀ ਜਿਹੜਾ ਜ਼ਮੀਨ ਨਾਲ ਜੁੜਿਆ ਹੋਇਆ ਹੈ, ਜਿਹਨੇ 5 ਸਾਲ ਆਪਣੇ ਹਲਕੇ ਨੂੰ ਨਰਚਰ ਕੀਤਾ, ਜਿਹਨੇ 5 ਸਾਲ ਹਲਕੇ ਵਿੱਚ ਬਿਤਾਏ ਹੈ, ਜਿਹਨੇ ਲੋਕਾਂ ਦੇ ਕੰਮ ਕੀਤੇ ਹੈ, ਉਹਨਾਂ ਦੇ ਦੁੱਖ ਸੁੱਖ 'ਚ ਖੜਿਆ ਹੈ, ਤੇ ਜਦੋਂ ਉਹੇ ਜਿਹੇ ਵਿਅਕਤੀ ਨੂੰ, ਮਿਹਨਤੀ ਵਿਅਕਤੀ ਨੂੰ ਤੁਸੀਂ ਦਰਕਨਾਰ ਕਰਦੇ ਹੋ ਤਾਂ ਉਸਦਾ ਖਮਿਆਜ਼ਾ ਤਾਂ ਭੁਗਤਣਾ ਪੈਂਦਾ ਹੀ ਹੈ। ਹਾਂ, ਜੇ ਮੰਨ ਲਓ ਕਿ ਦੋ ਲੋਕ ਸੀਗੇ ਜਿਹੜੇ ਦੋਨੋਂ ਹੀ ਸਰਵਿਸ 'ਚ ਆਲਮੋਸਟ ਨੈਕ ਟੂ ਨੈਕ ਆ ਰਹੇ ਸੀਗੇ, ਦੋਨਾਂ ਦੀਆਂ ਰਿਪੋਰਟ ਸਿਮਿਲਰ ਸੀਗੀਆਂ, ਦੋਨਾਂ ਦੇ ਕੰਮ ਸਿਮਿਲਰ ਸੀਗੇ, ਉਹਦੇ ਵਿੱਚ 19-21 ਦਾ ਫਰਕ ਹੋ ਜਾਏ ਤਾਂ ਉਹ ਕਾਬਲੇ ਬਰਦਾਸ਼ਤ ਹੈਗਾ। ਪਰ ਜਦੋਂ ਬਿਲਕੁਲ ਹੀ ਬਿਨਾਂ ਕਿਸੇ ਤੁਕ ਤੋਂ, ਬਿਨਾਂ ਕਿਸੇ ਵਿਨੇਬਿਲਿਟੀ ਦੇ ਕ੍ਰਾਈਟੇਰੀਆ ਤੋਂ, ਬਿਨਾਂ ਕਿਸੇ ਸਰਵੇ ਰਿਪੋਰਟਸ ਤੋਂ, ਔਰ ਇਹੋ ਜਿਹੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਜਿਹੜੀਆਂ ਮੀਟਿੰਗਾਂ 'ਚ ਵੀ ਆਉਣਾ ਜ਼ਰੂਰੀ ਨਹੀਂ ਸੀ ਸਮਝਦੇ, ਜਿਨ੍ਹਾਂ ਨੇ ਕਦੀ ਰੈਲੀ 'ਚ ਕਦੀ ਇੱਕ ਬੰਦਾ ਵੀ ਨਹੀਂ ਲਿਆਂਦਾ ਕਾਂਗਰਸ ਪਿੱਛੇ, ਉਹਨਾਂ ਨੂੰ ਜਦੋਂ ਟਿਕਟ ਦਿੱਤੀ ਜਾਂਦੀ ਹੈ ਤਾਂ ਫਿਰ ਇਹ ਲੱਗਦਾ ਕਿ ਸ਼ਾਇਦ ਪਾਰਟੀ ਇਸ ਵਾਰ ਇਹਨਾਂ ਚੋਣਾਂ ਨੂੰ ਸੰਜੀਦਗੀ ਨਾਲ ਨਹੀਂ ਲੈ ਰਹੀ, ਜਾਂ ਪਾਰਟੀ ਸ਼ਾਇਦ ਬਹੁਤ ਸੀਟਾਂ ਨੂੰ ਹਾਰਨ ਦੇ ਮੂਡ ਵਿੱਚ ਹੈ। ਅੱਛਾ ਦਾਮਨ ਜੀ, ਜਿਸ ਤਰੀਕੇ ਨਾਲ ਕਈ ਸੀਟਾਂ ਦੇ ਉੱਪਰ ਬਗਾਵਤ ਹੈਗੀ ਹੈ, ਨਵਜੋਤ ਸਿੰਘ ਸਿੱਧੂ ਦਾ ਪਿਛਲੇ ਦਿਨੀ ਜੋ ਕਿ ਪਾਰਟੀ ਦੇ ਪ੍ਰਧਾਨ ਨੇ ਤੁਹਾਡੇ, ਉਹਨਾਂ ਦਾ ਰੈਲੀਆਂ ਦੇ ਵਿੱਚ ਕਈ ਥਾਂ ਤੇ ਇਹ ਗੱਲ ਕਹਿਣੀ ਸੀ ਕਿ ਕਾਂਗਰਸ ਨੂੰ ਕੋਈ ਨਹੀਂ ਹਰਾਉਂਦਾ, ਕਾਂਗਰਸ ਨੂੰ ਕਾਂਗਰਸੀ ਹੀ ਹਰਾਉਂਦੇ ਨੇ। ਇਸ ਬਿਆਨ ਨੂੰ ਕਿਵੇਂ ਦੇਖਦੇ ਹੋ?
ਮੈਂ ਬਿਲਕੁਲ ਜੀ ਇਹ 100% ਬਿਆਨ ਜਿਹੜਾ ਹੈਗਾ ਮੈਂ ਇਸ ਨੂੰ ਸੈਕੰਡ ਕਰਦੀ ਹਾਂ ਕਿ ਅੱਜ ਜੇ ਕਾਂਗਰਸ ਮੈਂ ਸਮਝਦੀ ਹਾਂ ਕਿ ਪੰਜਾਬ ਵਿੱਚ 25 ਤੋਂ 30% ਸੀਟਾਂ ਐਸੀਆਂ ਜਿਨ੍ਹਾਂ ਤੇ ਟਿਕਟਸ ਅਨਾਉਂਸ ਹੋ ਗਈਆਂ ਕਾਂਗਰਸ ਦੀਆਂ, ਔਰ ਜੋ ਵਾਕਈ ਜਿੱਥੇ ਕਾਂਗਰਸ ਹੀ ਕਾਂਗਰਸ ਨੂੰ ਹਰਾ ਰਹੀ ਹੈ ਜਾਂ ਜਿੱਥੇ ਕਾਂਗਰਸ ਦੇ ਹੀ ਲਿੱਤੇ ਗਏ ਗਲਤ ਡਿਸੀਜਨਸ ਉੱਥੇ ਇੱਕ ਉਸਤੇ ਕਾਂਗਰਸ ਦਾ ਹਾਰ ਦਾ ਕਾਰਨ ਬਣਨਗੀਆਂ। ਜਿੱਥੇ ਵੀ ਕੰਮ ਜਾਂ ਮਿਹਨਤ ਨੂੰ ਨਜ਼ਰਅੰਦਾਜ਼ ਕਰਕੇ ਸਿਰਫ ਰਿਸ਼ਤੇਦਾਰੀਆਂ ਜਾਂ ਪਰਿਵਾਰਵਾਦ ਨੂੰ बढ़ावा दिता गया, ਉੱਥੇ ਪਾਰਟੀ ਨੂੰ ਉਸ ਦਾ ਖਮਿਆਜ਼ਾ ਭੁਗਤਣਾ ਪਏਗਾ। ਅੱਛਾ ਦਾਮਨ ਜੀ, ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹੂੰਗਾ। 2017 ਦੀ ਆਪਾਂ ਗੱਲ ਕਰ ਰਹੇ ਸੀ, ਕੈਪਟਨ ਉਹਨਾਂ ਦੀ ਉਹ ਪੂਰੇ ਕਾਰਜਕਾਲ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕਿਵੇਂ ਜੱਜ ਕਰਦੇ ਹੋ, ਔਰ ਮੁੱਖ ਮੰਤਰੀ ਚੰਨੀ ਦੇ ਕਾਰਜਕਾਲ ਨੂੰ ਔਰ ਕੈਪਟਨ ਉਹਨਾਂ ਦੀ ਪ੍ਰਧਾਨਗੀ ਤੇ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਨੂੰ ਕਿਵੇਂ ਜੱਜ ਕਰਦੇ ਹੋ? ਮੈਂ ਸਰ ਤੁਹਾਨੂੰ ਦੱਸਣਾ ਚਾਹੂੰਗੀ ਕਿ 2017 ਵਿੱਚ ਵੀ ਮੈਨੂੰ ਜਿਹੜੀ ਟਿਕਟ ਹੈ ਉਦੋਂ ਵੀ ਮੈਨੂੰ ਟਿਕਟ ਰਾਹੁਲ ਗਾਂਧੀ ਜੀ ਨੇ ਦਿੱਤੀ ਸੀ। ਸ਼ਾਇਦ ਉਸ ਟਾਈਮ ਵੀ ਕੈਪਟਨ ਸਾਹਿਬ ਵੀ ਮੇਰੀ ਟਿਕਟ ਦੇ ਬਹੁਤਾ ਹੱਕ ਵਿੱਚ ਨਹੀਂ ਸੀਗੇ। ਠੀਕ ਹੈ, ਬਟ ਜੇ ਤੁਸੀਂ ਕਾਰਜਕਾਲ ਦੀ ਗੱਲ ਕਰਦੇ ਹੋ ਤਾਂ ਤੁਸੀਂ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਕੈਪਟਨ ਸਾਹਿਬ ਦੇ ਰਹਿੰਦਿਆਂ ਵੀ ਮੈਨੂੰ ਘੱਟੋ ਘੱਟ ਸੁਨਾਮ ਵਿੱਚ ਕੰਮ ਕਰਨ 'ਚ ਕਦੀ ਕੋਈ ਪ੍ਰੋਬਲਮ ਨਹੀਂ ਆਈ। ਜਿੰਨੀ ਵਾਰ ਮੈਂ ਸੁਨਾਮ ਦੇ ਲੋਕਾਂ ਦੇ ਹੱਕ ਪਿੱਛੇ, ਸੁਨਾਮ ਦੇ ਲੋਕਾਂ ਦੇ ਜਾਇਜ਼ ਕੰਮਾਂ ਪਿੱਛੇ ਕੈਪਟਨ ਸਾਹਿਬ ਤੋਂ ਟਾਈਮ ਲਿਆ ਜਾਂ ਉਹਨਾਂ ਕੋਲ ਗਈ ਜਾਂ ਕਿਸੇ ਵੀ ਗ੍ਰਾਂਟ ਜਾਂ ਮੰਗ ਪਿੱਛੇ ਮਿਹਨਤ ਕੀਤੀ ਤਾਂ ਉਹਨਾਂ ਨੇ ਉਸ ਨੂੰ ਮਨਜ਼ੂਰ ਕੀਤਾ। ਔਰ ਜੇ ਚੰਨੀ ਸਾਹਿਬ ਦੀ ਗੱਲ ਕੀਤੀ ਜਾਏ ਤਾਂ ਚੰਨੀ ਸਾਹਿਬ ਨੇ ਤਾਂ ਬਹੁਤ ਵਧੀਆ ਆ ਜਿਹੜੇ 111 ਦਿਨ ਸਰਕਾਰ ਦੇ ਕੱਢੇ ਆ ਉਹਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਆਪਣਾ ਕੰਮ ਕੀਤਾ ਹੈ। ਔਰ ਚੰਨੀ ਸਾਹਿਬ ਨੇ ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਮੇਰੇ ਪਿੱਛੇ ਉਹਨਾਂ ਨੇ ਮੇਰੀ ਲੜਾਈ ਵੀ ਲੜੀ ਔਰ ਅਖੀਰ ਤੱਕ ਮੇਰੇ ਹੱਕ 'ਚ ਖੜੇ ਰਹੇ। ਚਲੋ ਫੈਸਲਾ ਜੋ ਵੀ ਹੁੰਦਾ ਹੈ, ਕਈ ਵਾਰੀ ਉੱਥੇ ਕਈ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਆਰਗੂਮੈਂਟਸ ਹੋ ਜਾਂਦੀਆਂ, ਬਟ ਮੈਂ ਕੈਪਟਨ ਸਾਹਿਬ ਸਾਡੇ ਪਾਰਟੀ ਦੇ ਮੁੱਖ ਮੰਤਰੀ ਸੀ ਔਰ ਐਜ਼ ਮੁੱਖ ਮੰਤਰੀ ਉਹਨਾਂ ਨੇ ਸਾਨੂੰ ਉਦੋਂ ਵੀ ਪੂਰਾ ਸਾਨੂੰ ਉਦੋਂ ਤਵੱਜੋ ਮਿਲੀ ਹੈ ਔਰ ਅਸੀਂ ਕੰਮ ਕਰਵਾਉਣ 'ਚ ਕਾਮਯਾਬ ਹੋਏ ਹਾਂ। ਤੇ ਚੰਨੀ ਸਾਹਿਬ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਸਾਰਿਆਂ ਦੀ ਵਰਕਰਾਂ ਦੀ ਗੱਲ ਸੁਣੀ, ਬਾਹ ਫੜੀ। ਬਟ ਜੇ ਪਾਰਟੀ ਦੀ ਗੱਲ ਕੀਤੀ ਜਾਏ ਤਾਂ ਜਿਸ ਤਰੀਕੇ ਦੀ ਇਸ ਵਾਰ ਵੰਡ ਹੋਈ ਹੈ ਤਾਂ ਮੈਂ ਸਮਝਦੀ ਹਾਂ ਕਿ ਪਾਰਟੀ ਨੇ ਬਹੁਤ ਚੀਜ਼ਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਫਿਰ ਚਾਹੇ ਉਹ ਸਾਡੇ ਪੀਸੀਸੀ ਚੀਫ ਹੋਣ ਜਾਂ ਬਾਕੀ ਜਿਹੜੀਆਂ ਕਮੇਟੀਆਂ ਫਾਰਮ ਕੀਤੀਆਂ ਗਈਆਂ ਸੀ, ਉਹਨਾਂ ਨੇ ਪਤਾ ਨਹੀਂ ਕਿਸ ਪ੍ਰੈਸ਼ਰ ਹੇਠ ਆ ਕੇ ਜਾਂ ਕਿਸ ਮਜਬੂਰੀ 'ਚ ਕਈ ਥਾਵਾਂ ਤੇ ਮੈਂ ਸਮਝਦੀ ਹਾਂ ਕਿ ਜਿਹੜੀਆਂ ਟਿਕਟਾਂ ਉਹ ਗਲਤ ਵੰਡੀਆਂ ਗਈਆਂ। ਅੱਛਾ ਦਾਮਨ ਜੀ, ਮੈਂ ਅਗਰ ਸੁਨਾਮ ਹਲਕੇ ਦੀ ਗੱਲ ਕਰਾਂ, ਸ਼ਹੀਦਾਂ ਦੀ ਧਰਤੀ ਸੁਨਾਮ ਹੈਗੀ ਹੈ, ਕਿਹੜੇ ਉਹ ਮਸਲੇ ਨੇ ਜਿਹੜੇ ਹਾਲੇ ਤੱਕ ਹੱਲ ਨਹੀਂ ਹੋਏ, ਜਿਨ੍ਹਾਂ ਦੇ ਉੱਪਰ ਕੰਮ ਕਰਨ ਦੀ ਲੋੜ ਹੈਗੀ ਹੈ ਔਰ ਜਿਹੜੀ ਲੋਕ ਮੰਗ ਕਰਦੇ ਨੇ ਕਿ ਇਹਨਾਂ ਦੇ ਉੱਪਰ ਕੰਮ ਜਿਹੜਾ ਉਹ ਇੱਕਦਮ ਹੋਣਾ ਚਾਹੀਦਾ ਹੈ? ਬਿਲਕੁਲ ਜੀ, ਸੁਨਾਮ ਸ਼ਹੀਦ ਊਧਮ ਸਿੰਘ ਜੀ ਦੀ ਜਨਮ ਭੂਮੀ ਹੈ ਜੀ। ਇੱਥੇ ਅੱਜ ਤੱਕ 40 ਸਾਲਾਂ 'ਚ ਉਹਨਾਂ ਦਾ ਮੈਮੋਰੀਅਲ ਨਹੀਂ ਸੀ ਬਣਿਆ ਜੋ ਅਸੀਂ ਇਹਨਾਂ 50 ਸਾਲਾਂ 'ਚ ਅਸੀਂ ਬਣਵਾਇਆ, ਮੈਂ ਬਣਵਾਇਆ। ਔਰ ਜਿਹੜਾ ਲੌਂਗੋਵਾਲ ਦਾ ਪੁਲ ਵੀ ਇਤਿਹਾਸਿਕ ਪੁਲ ਜਿਹੜਾ ਅਸੀਂ ਬਣਵਾਉਣ 'ਚ ਕਾਮਯਾਬ ਹੋਏ। ਪਰ ਜਿਹੜੇ ਅਧੂਰੇ ਕੰਮ ਨੇ ਜੇ ਉਹਨਾਂ ਦੀ ਮੈਂ ਗੱਲ ਕਰਾਂ ਤਾਂ ਸਭ ਤੋਂ ਵੱਡੀ ਇਸ ਵੇਲੇ ਸੁਨਾਮ ਦੀ ਲੋੜ ਹੈ ਸੁਨਾਮ ਦੇ ਬਾਜ਼ਾਰ ਨੂੰ ਪਾਰਕਿੰਗ, ਜਿਹੜਾ ਟੋਭਾ ਅੱਜ ਲੋਕੀ ਹੌਲੀ ਹੌਲੀ ਜਿਸ ਨੂੰ ਨੱਪ ਰਹੇ ਹੈ। ਮੇਰੀ ਕੋਸ਼ਿਸ਼ ਹੋਊਗੀ ਕਿ ਮੈਂ ਜੋ ਵੀ ਅੱਗੇ ਵਿਕਲਪ ਲਵਾਂ ਉਹ ਸੁਨਾਮ ਦੀ ਡਿਵੈਲਪਮੈਂਟ ਨੂੰ ਮੱਦੇਨਜ਼ਰ ਰੱਖ ਕੇ ਲਵਾਂ ਔਰ ਉਹੀ ਮੇਰੀ ਪ੍ਰਾਇੋਰਟੀ ਰਹੇਗੀ। ਔਰ ਮੇਰੀ ਕੋਸ਼ਿਸ਼ ਹੋਊਗੀ ਕਿ ਸੁਨਾਮ ਵਾਸਤੇ ਇੱਕ ਪਾਰਕਿੰਗ, ਸੁਨਾਮ ਵਿੱਚ ਪਾਰਕਸ ਔਰ ਸੁਨਾਮ ਵਿੱਚ ਜਿਹੜਾ ਮੈਡੀਕਲ ਫੈਸਿਲਿਟੀ ਹੈ, ਇਹ ਸੁਨਾਮ ਸ਼ਹਿਰ ਦੀਆਂ 3 ਮੇਨ ਜਿਹੜੀਆਂ ਪ੍ਰੋਬਲਮਸ ਹੈ ਜਿਹੜੀਆਂ ਹਲੇ ਅਸੀਂ 5 ਸਾਲਾਂ ਵਿੱਚ ਪੂਰੀ ਤਰ੍ਹਾਂ ਨਹੀਂ ਹੱਲ ਕਰ ਸਕੇ। ਸੋ ਇਹਨਾਂ ਨੂੰ ਜ਼ਰੂਰ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ। ਔਰ ਉਸ ਤੋਂ ਇਲਾਵਾ ਸਾਡੇ ਸੁਨਾਮ ਵਿੱਚ ਕੋਈ 2-4 ਵੱਡੇ ਪਿੰਡ ਨੇ ਜਿਵੇਂ ਉੱਪਾਵਾਲ ਹੈ, ਉੱਥੇ ਸੀਵਰੇਜ ਦਾ ਮਸਲਾ ਹੈ ਔਰ ਇਹ ਜੇ ਕਈ ਮੁੱਦੇ ਹੈਗੇ ਆ ਜਿਹੜੇ ਮੈਨੂੰ ਐਟ ਦ ਬੈਕ ਆਫ ਮਾਈ ਹੈਂਡ ਯਾਦ ਹੈ ਤੇ ਉਹ ਮੁੱਦੇ ਜਿਹੜੇ ਹੈਗੇ ਹਲੇ ਵੀ ਉਹਨਾਂ ਤੇ ਤਵੱਜੋ ਦੇਣ ਦੀ ਲੋੜ ਹੈ। ਠੀਕ ਹੈ। ਅੱਛਾ ਦਾਮਨ ਜੀ, ਇੱਕ 2019 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੀਜੇਪੀ ਨੇ ਸਟਾਰ ਕੈਂਡੀਡੇਟ ਕਹਿ ਲਓ ਕਿ ਜਿਹੜੇ ਸੈਲੀਬ੍ਰਿਟੀਜ਼ ਸੀਗੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਸੀਗਾ। ਗੁਰਦਾਸਪੁਰ ਦਾ ਇੱਕ ਐਗਜ਼ਾਮਪਲ ਮਿਲਦਾ, ਸੰਨੀ ਦਿਓਲ ਉਹਨਾਂ ਦਾ, ਔਰ ਸੰਨੀ ਦਿਓਲ ਨੂੰ ਮੈਦਾਨ ਦੇ ਵਿੱਚ ਉਤਾਰਿਆ। ਖੈਰ ਜਿੱਤ ਗਏ, ਪਰ ਕਿਤੇ ਨਾ ਕਿਤੇ ਗਿਲਾ ਹੁਣ ਲੋਕਾਂ ਦਾ ਨਜ਼ਰ ਇਹ ਆਉਂਦਾ ਕਿ ਸੰਨੀ ਦਿਓਲ ਬੰਬੇ ਰਹਿੰਦੇ ਨੇ, ਗੁਰਦਾਸਪੁਰ 'ਚ ਨਹੀਂ ਆਉਂਦੇ। ਇਸ ਵਾਰ ਤੁਹਾਨੂੰ ਲੱਗਦਾ ਕਿ 2017 ਦੇ ਵਿੱਚ ਕਾਂਗਰਸ ਪੰਜਾਬ ਦੇ ਵਿੱਚ ਉਹੀ ਚੀਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬੀਜੇਪੀ ਵਾਲੀ, ਜਿਵੇਂ ਕਿ ਸਿੱਧੂ ਮੂਸੇਵਾਲਾ ਉਹਨਾਂ ਨੂੰ ਟਿਕਟ ਦਿੱਤੀ, ਪਹਿਲੀ ਵਾਰ ਪਾਰਟੀ 'ਚ ਆਏ ਔਰ ਪਹਿਲੀ ਵਾਰ ਹੀ ਉਹਨਾਂ ਨੂੰ ਟਿਕਟ ਦੇ ਦਿੱਤੀ, ਹਾਲਾਂਕਿ ਪ੍ਰਾਪਤੀ ਹਲੇ ਕੋਈ ਵੱਡੀ ਨਹੀਂ ਹੈ?
चीज नहीं करना चाहूंगी क्योंकि हर सीट ਦੇ ਜਿਹੜੇ ਕੈਲਕੂਲੇਸ਼ਨਸ ਹੈ ਜਿਹੜਾ ਉਥੇ ਕੰਬੀਨੇਸ਼ਨ ਪਰਮੂਟੇਸ਼ਨ ਅੱਡ ਹੁੰਦੀ ਹੈ ਔਰ ਹਰ ਬੰਦੇ ਨਾਲ ਜਿਹੜਾ ਕਹਿੰਦੇ ਨਾ ਕਿ ਜਾਂ ਤਾਂ ਵਾਹ ਪਈ ਜਾਣੀ ਹੈ ਜਾਂ ਰਾਹ ਪਈ ਜਾਣੇ ਤਾਂ ਜਿੰਨਾ ਕਿ ਮੈਂ ਸਿੱਧੂ ਮੂਸੇਵਾਲਾ ਸਾਹਿਬ ਨੂੰ ਮਿਲੀ ਆ ਜਾਂ ਸੁਣਿਆ ਹੈ ਜਾਂ ਜਿੰਨਾ ਕੁ ਦੇਖਿਆ ਹੈ ਮੈਨੂੰ ਲੱਗਦਾ ਹੈ ਕਿ ਉਹ ਪੰਜਾਬ ਦੀ ਧਰਤੀ ਨਾਲ ਜੁੜੇ ਹੋਏ ਹੈ ਸੋ ਬਾਕੀ ਦੇਖੋ ਜੇ ਉੱਥੋਂ ਦੇ ਲੋਕ ਉਹਨਾਂ ਨੂੰ ਫਤਵਾ ਦੇਣਗੇ ਉਸ ਤੋਂ ਬਾਅਦ ਉਹਨਾਂ ਦਾ ਕੀ ਕਿਰਦਾਰ ਰਹਿੰਦਾ ਹੈ ਔਰ ਕੀ ਜ਼ਿੰਮੇਵਾਰੀ ਰਹਿੰਦੀ ਹੈ ਉਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕੂਗਾ ਬਟ ਯੈਸ ਐਟ ਦ ਸੇਮ ਟਾਈਮ ਇੱਕ ਯੰਗਸਟਰ ਹੋਣ ਦੇ ਨਾਤੇ ਇੱਕ ਮਹਿਲਾ ਹੋਣ ਦੇ ਨਾਤੇ ਮੈਂ ਇਸ ਚੀਜ਼ ਦੇ ਬਿਲਕੁਲ ਖਿਲਾਫ ਆ ਕਿ ਸਿਰਫ ਵੱਡੇ ਨਾਮ ਔਰ ਸ਼ੌਹਰਤ ਜਾਂ ਕਹਿ ਲੋ ਕਿ ਪਬਲਿਸਿਟੀ ਜਾਂ ਇਹ ਦੇਖ ਕੇ ਕਿ ਇਹਨਾਂ ਦੀ ਫੈਨ ਫੋਲੋਇੰਗ ਬਹੁਤ ਹੈ ਉਸਨੂੰ ਹੀ ਇਕੱਲਾ ਕ੍ਰਾਈਟੇਰੀਆ ਬਣਾ ਕੇ ਜਦੋਂ ਆਪਾਂ ਵੱਡੇ ਹਸਤੀਆਂ ਨੂੰ ਵੱਡੀਆਂ ਸੈਲੀਬ੍ਰਿਟੀਜ਼ ਨੂੰ ਚੋਣ ਮੈਦਾਨ ਚ ਉਤਾਰਦੇ ਆ ਤਾਂ ਕਿਤੇ ਨਾ ਕਿਤੇ ਅਸੀਂ ਡਿਵੈਲਪਮੈਂਟ ਨੂੰ ਸੈਕੰਡ ਨੰਬਰ ਤੇ ਲੈ ਆਉਂਦੇ ਆ ਆਬਵੀਅਸਲੀ ਡਿਵੈਲਪਮੈਂਟ ਤਾਂ ਉਹੀ ਕਰਵਾ ਸਕੂਗਾ ਜਿਹੜਾ ਪੋਲਿਟਿਕਸ ਨੂੰ ਫੁੱਲ ਟਾਈਮ ਆਪਣਾ ਕੈਰੀਅਰ ਸਮਝ ਕੇ ਪ੍ਰੋਫੈਸ਼ਨ ਸਮਝ ਕੇ ਇਸ ਵਿੱਚ ਮਿਹਨਤ ਕਰੂਗਾ ਇੱਕ ਸੈਲੀਬ੍ਰਿਟੀ ਸਿਰਫ ਇੱਕ ਫੇਮ ਵਾਸਤੇ ਜਾਂ ਤਾਕਤ ਵਿੱਚ ਆਉਣ ਵਾਸਤੇ ਜਿਹੜਾ ਇਸ ਪਾਸੇ ਆਉਂਦਾ ਹੈ ਤਾਂ ਉਸ ਦਾ ਖਮਿਆਜ਼ਾ ਹਲਕੇ ਨੂੰ ਇਵੈਂਚੁਅਲੀ ਭਰਨਾ ਹੀ ਪੈਂਦਾ ਉੱਥੋਂ ਦੇ ਲੋਕਾਂ ਨੂੰ ਭਰਨਾ ਹੀ ਪੈਂਦਾ ਅੱਛਾ ਦਾਮਨ ਜੀ ਹੁਣ ਤੁਸੀਂ ਜਿਸ ਤਰੀਕੇ ਨਾਲ ਇੱਕ ਤਰ੍ਹਾਂ ਆਪਾਂ ਬਗਾਵਤ ਹੀ ਕਹਿ ਸਕਦੇ ਹਾਂ ਔਰ ਮੈਨੂੰ ਇਹ ਦੱਸੋ ਕਿ ਹੋਰ ਕਿਤੋਂ ਤੁਹਾਨੂੰ ਕੋਈ ਅਪਰੋਚ ਆਈ ਹੈ ਕਿਸੇ ਪਾਰਟੀ ਵੱਲੋਂ ਕਿਉਂਕਿ ਅਕਸਰ ਜਦੋਂ ਇੱਕ ਪਾਰਟੀ ਵੱਲੋਂ ਟਿਕਟ ਨਹੀਂ ਮਿਲਦੀ ਤਾਂ ਕਿਤੇ ਨਾ ਕਿਤੇ ਦੂਜੀ ਪਾਰਟੀਆਂ ਅਪਰੋਚ ਕਰਦੀਆਂ ਨੇ ਤੁਹਾਡੇ ਤੱਕ ਅਪਰੋਚ ਹੋਈ ਹੈ ਕਿਸੇ ਪਾਰਟੀ ਦੀ ਮੈਨੂੰ ਤਾਂ ਜੀ ਟਿਕਟ ਜਦੋਂ ਹਲੇ ਟਿਕਟ ਲਿਸਟ ਆਈ ਵੀ ਨਹੀਂ ਸੀ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਤੋਂ ਬਹੁਤ ਆਪਸ਼ਨਸ ਔਰ ਬਹੁਤ ਜ਼ਿਆਦਾ ਲੋਕਾਂ ਨੇ ਅਪਰੋਚ ਕੀਤਾ ਸੀਗਾ ਬਟ ਉਸ ਵੇਲੇ ਮੈਨੂੰ ਪੂਰਾ ਯਕੀਨ ਸੀਗਾ ਕਿ ਮੈਂ ਜਿੰਨੇ ਕੰਮ ਕੀਤੇ ਆ ਮੇਰੀ ਪਾਰਟੀ ਮੈਨੂੰ 100% ਟਿਕਟ ਦੇ ਕੇ ਚੋਣ ਮੈਦਾਨ 'ਚ ਉਤਾਰੇਗੀ ਔਰ ਮੇਰੇ ਕੰਮਾਂ ਦਾ ਜਿਹੜਾ ਪਾਰਟੀ ਮੁੱਲ ਪਾਏਗੀ ਔਰ ਜਿਸ ਕਰਕੇ ਲੋਕੀ ਵੀ ਅੱਗੇ ਮੈਨੂੰ ਵੱਡੀ ਗਿਣਤੀ ਵਿੱਚ ਸੁਨਾਮ ਤੋਂ ਜਿਤਾ ਕੇ ਭੇਜਣਗੇ ਬਟ ਅੱਜ ਜਦੋਂ ਪਾਰਟੀ ਨੇ ਹੀ ਮਿਹਨਤ ਨਜ਼ਰ ਅੰਦਾਜ਼ ਕਰ ਦਿੱਤੀ ਪਾਰਟੀ ਨੇ ਹੀ ਮਿਹਨਤ ਨੂੰ ਨਹੀਂ ਗੋਲਿਆ ਤਾਂ ਹੁਣ ਜ਼ਰੂਰ ਲੱਗਦਾ ਹੈ ਕਿ ਕੋਈ ਨਾ ਕੋਈ ਹੋਰ ਆਪਸ਼ਨ ਵੱਲ ਵੀ ਝਾਤ ਮਾਰਨੀ ਚਾਹੀਦੀ ਹੈ ਵੈਸੇ ਮੈਂ ਹਲੇ ਤੱਕ ਕੁਝ ਵੀ ਇਹ ਜਿਹੀ ਆਪਸ਼ਨ ਐਕਸਪਲੋਰ ਨਹੀਂ ਕੀਤੀ ਬਟ ਰੈਸਟ ਮੈਂ ਜਿਵੇਂ ਪਹਿਲਾਂ ਵੀ ਕਿਹਾ ਮੈਂ ਦੁਬਾਰਾ ਰੀਟਰੇਟ ਕਰਦੀ ਆ ਕਿ ਮੈਂ ਅੱਜ ਦਾਮਨ ਬਾਜਵਾ ਆਪਣੇ ਕੰਮਾਂ ਕਰਕੇ ਇੱਥੇ ਤੱਕ ਪਹੁੰਚੀ ਹੈ ਕਿਸੇ ਦੀ ਸਿਫਾਰਿਸ਼ ਜਾਂ ਕਿਸੇ ਦੀ ਹਮਦਰਦੀ ਕਰਕੇ ਨਹੀਂ ਮੈਂ ਇਸ ਮਕਾਮ ਤੱਕ ਪਹੁੰਚੀ ਲੋਕਾਂ ਕਰਕੇ ਲੋਕਾਂ ਦੇ ਪਿਆਰ ਨਾਲ ਲੋਕਾਂ ਦੇ ਸਾਥ ਨਾਲ ਮੈਂ ਇੱਥੇ ਪਹੁੰਚੀ ਅੱਜ ਸੁਨਾਮ ਵਿੱਚ ਅਸੀਂ ਮੀਟਿੰਗ ਰੱਖੀ ਸੀ ਜਿਹਦੇ ਵਿੱਚ 100% ਅਹੁਦੇਦਾਰਾਂ ਨੇ ਹਿੱਸਾ ਲਿਆ ਸਾਰੇ ਸਰਪੰਚ ਸਾਹਿਬਾਨਾਂ ਨੇ ਸਾਰੇ ਚੇਅਰਮੈਨ ਸਾਹਿਬਾਨਾਂ ਨੇ ਸਾਰੇ ਐਮਸੀਜ਼ ਨੇ ਔਰ ਉਹਨਾਂ ਦੇ ਹੀ ਹੁਣ ਮੈਂ ਆਉਣ ਵਾਲਾ ਫੈਸਲਾ ਜਿਹੜਾ ਛੱਡਿਆ ਉਹ ਜੋ ਵੀ ਫੈਸਲਾ ਮੇਰੇ ਵਾਸਤੇ ਲੈਣਾ ਚਾਹਣਗੇ ਕਿਉਂਕਿ ਮੇਰੇ ਲਈ ਤਾਂ ਉਹ ਸਭ ਤੋਂ ਜ਼ਿਆਦਾ ਅਜ਼ੀਜ਼ ਨੇ ਜਿਨ੍ਹਾਂ ਨੇ ਮੇਰੇ ਕੰਮਾਂ ਦਾ ਮੁੱਲ ਪਾਇਆ ਜਿਹੜੇ ਕੰਮਾਂ ਕਰਕੇ ਮੇਰੇ ਨਾਲ ਡਟੇ ਹੋਏ ਨੇ ਤਾਂ ਉਹਨਾਂ ਦਾ ਹੀ ਫੈਸਲਾ ਸਭ ਤੋਂ ਅਜ਼ੀਜ਼ ਹੋਊਗਾ ਟਿਕਟਾਂ ਜਾਂ ਪਾਰਟੀਆਂ ਤੁਹਾਨੂੰ ਨਹੀਂ ਬਣਾਉਣੀਆਂ ਤੁਹਾਡੇ ਕੰਮ ਤੁਹਾਨੂੰ ਬਣਾਉਂਦੇ ਆ ਤੁਹਾਡੇ ਕੰਮਾਂ ਕਰਕੇ ਤੁਹਾਡੀ ਪਹਿਚਾਨ ਹੁੰਦੀ ਹੈ ਤੇ ਮੈਂ ਜਿਹੜੀ ਮੇਰੀ ਪਹਿਚਾਨ ਹੈ ਉਹ ਸੁਨਾਮ ਉਦਮ ਸਿੰਘ ਵਾਲੇ ਦੇ ਨਾਲ ਹੈ ਸੁਨਾਮ ਉਦਮ ਸਿੰਘ ਵਾਲੇ ਵਿੱਚ ਕੀਤੇ ਗਏ ਕੰਮਾਂ ਦੇ ਨਾਲ ਹੈ ਤਾਂ ਜੋ ਵੀ ਇੱਥੋਂ ਦੇ ਲੋਕ ਮੇਰੇ ਭੈਣ ਭਰਾ ਫੈਸਲਾ ਲੈਣਗੇ ਉਹ ਮੇਰੇ ਸਿਰ ਮੱਥੇ ਹੋਊਗਾ ਅੱਛਾ ਦਾਮਨ ਜੀ ਕੀ ਆਜ਼ਾਦ ਲੜਨ ਵਾਲੇ ਵੀ ਆਜ਼ਾਦ ਲੜਨ ਬਾਰੇ ਵੀ ਸੋਚ ਸਕਦੇ ਹੋ ਮੈਂ ਜਿਵੇਂ ਤੁਹਾਨੂੰ ਕਿਹਾ ਜੀ ਜੋ ਮੇਰੇ ਸਾਥੀ ਮੇਰਾ ਪਰਿਵਾਰ ਸੁਨਾਮ ਦਾ ਇੱਕ ਇੱਕ ਭੈਣ ਭਰਾ ਜੋ ਅੱਜ ਮੇਰੇ ਘਰੇ ਜੋ ਹਜ਼ਾਰਾਂ ਦੀ ਗਿਣਤੀ ਵਿੱਚ ਜੋ ਅੱਜ ਇਕੱਠ ਹੋਇਆ ਅੱਜ ਜੋ ਵੀ ਉਹ ਫੈਸਲਾ ਆਪਣੀ ਇਸ ਭੈਣ ਵਾਸਤੇ ਧੀ ਵਾਸਤੇ ਲੈਣਗੇ ਅਸੀਂ ਹਲੇ ਬੈਠ ਕੇ ਸਲਾਹ ਕਰਨੀ ਹੈ ਰਾਏ ਬਣਾਉਣੀ ਹੈ ਕੀ ਕਰਨਾ ਚਾਹੀਦਾ ਕਿਉਂਕਿ ਹਲੇ ਤਾਂ ਲਿਸਟ ਕੱਲ ਰਾਤੀ ਆਈ ਹੈ ਔਰ ਮੈਨੂੰ ਬਿਲਕੁਲ ਕੋਈ ਉਮੀਦ ਨਹੀਂ ਸੀਗੀ ਕਿ ਇਸ ਤਰੀਕੇ ਨਾਲ ਮਿਹਨਤ ਨਜ਼ਰ ਅੰਦਾਜ਼ ਕੀਤੀ ਜਾਊਗੀ ਔਰ ਇਸ ਤਰੀਕੇ ਨਾਲ ਇੱਕ ਅਣਜਾਣ ਬੰਦੇ ਨੂੰ ਇੱਥੋਂ ਟਿਕਟ ਦੇ ਕੇ ਭੇਜਿਆ ਜਾਊਗਾ ਅੱਛਾ ਦਾਮਨ ਜੀ ਤੁਹਾਨੂੰ ਲਾਸਟ ਤੱਕ ਇਹ ਸੀਗਾ ਕਿ ਟਿਕਟ ਜਿਹੜੀ ਕਨਫਰਮ ਹੋਏਗੀ ਤੁਹਾਡੀ ਲਾਸਟ ਤੱਕ ਸੀਗਾ ਤੁਹਾਨੂੰ ਇਹ ਜੀ ਮੈਨੂੰ ਬਿਲਕੁਲ ਲਾਸਟ ਤੱਕ ਉਮੀਦ ਸੀਗੀ ਕਿਉਂਕਿ ਮੈਨੂੰ ਮੇਰੀ ਹਾਈ ਕਮਾਂਡ ਤੇ ਪੂਰਾ ਭਰੋਸਾ ਸੀਗਾ ਹਜੇ ਵੀ ਹੈ ਕਿਉਂਕਿ ਜਿੱਥੇ ਕੁਝ ਲੋਕਾਂ ਨੇ ਮੇਰੀ ਟਿਕਟ ਦਾ ਵਿਰੋਧ ਕੀਤਾ ਉੱਥੇ ਬਹੁਤ ਸਾਰੇ ਲੋਕਾਂ ਨੇ ਬੜੀ ਵੱਡੀ ਗਿਣਤੀ ਵਿੱਚ ਮੇਰੀ ਲੜਾਈ ਵੀ ਲੜੀ ਹੈ ਸੋ ਇਸ ਕਰਕੇ ਮੈਨੂੰ ਅਖੀਰ ਤੱਕ ਆਸ ਸੀਗੀ ਕਿ ਕੰਮਾਂ ਦਾ ਮੁੱਲ ਪਾਰਟੀ ਜ਼ਰੂਰ ਪਾਏਗੀ ਮਿਹਨਤ ਕੁਝ ਵੀ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਤੁਹਾਡੇ ਕੰਮ ਜਾਂ ਮਿਹਨਤ ਨਹੀਂ ਨਜ਼ਰ ਅੰਦਾਜ਼ ਕੀਤੀ ਜਾ ਸਕਦੀ ਬਟ ਆਬਵੀਅਸਲੀ ਜਦੋਂ ਡਿਸੀਜਨ ਨਹੀਂ ਮੇਰੇ ਹੱਕ ਚ ਆਇਆ ਤਾਂ ਮੈਨੂੰ ਬਹੁਤ ਵੱਡਾ ਉਦੋਂ ਨਿਰਾਸ਼ਾ ਔਰ ਡਿਸਪਾਇੰਟਮੈਂਟ ਹੋਈ ਅੱਛਾ ਦਾਮਨ ਜੀ ਕਾਂਗਰਸ ਪਾਰਟੀ ਬਾਰੇ ਕਲੈਕਟਿਵਲੀ ਸਵਾਲ ਪੁੱਛਣਾ ਚਾਹੂੰਗਾ ਕੀ ਸਮਝਦੇ ਹੋ ਕਿ 2017 ਦੇ ਵਿੱਚ 22 ਦੇ ਵਿੱਚ ਕਾਂਗਰਸ ਦੀ ਕਿਹੜੀ ਪਾਰਟੀ ਨਾਲ ਟੱਕਰ ਮੰਨਦੇ ਹੋ ਤੁਸੀਂ
ਸਰ ਜਿਵੇਂ ਤੁਸੀਂ ਕਿਹਾ, ਜੋ ਸਿੱਧੂ ਸਾਹਿਬ ਗੱਲ ਕਹਿੰਦੇ ਕਿ ਕਾਂਗਰਸ ਦਾ ਸਭ ਤੋਂ ਵੱਡਾ ਦੁਸ਼ਮਣ ਕਾਂਗਰਸ ਆਪ ਹੈ, ਤਾਂ ਮੈਂ ਤਾਂ ਇਹੀ ਅਰਦਾਸ ਕਰਦੀ ਹਾਂ ਇੱਕ ਕਾਂਗਰਸੀ ਹੋਣ ਦੇ ਨਾਤੇ, ਅੱਜ ਤੱਕ ਹਲੇ ਤੱਕ ਮੈਂ ਕਾਂਗਰਸ ਪਾਰਟੀ ਦੀ ਇੱਕ ਸੱਚੀ ਸੁੱਚੀ ਸਿਪਾਹੀ ਹਾਂ। ਕਾਂਗਰਸ ਪਿੱਛੇ ਹੀ ਸਾਰਾ ਆਪਣਾ ਜੀਵਨ ਜਿਹੜਾ ਲਾਇਆ, ਸਾਰਾ ਪਰਿਵਾਰ ਬੱਚਾ ਘਰ ਛੱਡ ਕੇ ਜੇ ਕੰਮ ਕੀਤਾ ਤਾਂ ਕਾਂਗਰਸ ਨੂੰ ਮਜ਼ਬੂਤ ਕਰਨ ਵਿੱਚ ਕੀਤਾ ਹੈ। ਤੇ ਮੇਰੀ ਤਾਂ ਇਹੀ ਅਰਦਾਸ ਹੈ ਕਿ ਕਾਂਗਰਸ ਆਪਣੇ ਆਪ ਨੂੰ ਹੀ ਜਿਹੜਾ ਵੱਢਣ ਦਾ ਕੰਮ ਹੈ ਉਹ ਨਾ ਕਰੇ। ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਫੈਸਲੇ ਨੇ ਉਹ ਪਾਰਦਰਸ਼ਤਾ ਨਾਲ ਕੀਤੇ ਜਾਣ ਔਰ ਵਿਨੇਬਿਲਿਟੀ ਕ੍ਰਾਈਟੇਰੀਆ ਤੇ ਕੀਤੇ ਜਾਣ, ਤਾਂ ਫਿਰ ਕਾਂਗਰਸ ਪਾਰਟੀ ਦੀ ਕੋਈ ਟੱਕਰ ਨਹੀਂ। ਪਰ ਜਿਸ ਤਰੀਕੇ ਦੇ ਫੈਸਲੇ ਕੀਤੇ ਗਏ ਹੈ ਜਾਂ ਜਿਸ ਤਰੀਕੇ ਦੇ ਫੈਸਲੇ ਸਾਹਮਣੇ ਆ ਰਹੇ ਹੈ, ਤਾਂ ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਆਪਣੇ ਵਾਸਤੇ ਹੀ ਆਪਣੇ ਰਸਤੇ 'ਚ ਜਿਹੜੇ ਕੰਡੇ ਆ ਉਹ ਉਗਾ ਰਹੀ ਹੈ। ਅੱਛਾ ਦਾਮਨ ਜੀ, ਕਾਂਗਰਸ ਦੇ ਵਿੱਚੋਂ ਕਈ ਆਗੂ ਇਹ ਕਹਿ ਰਹੇ ਨੇ ਕਿ ਕਾਂਗਰਸ ਨੂੰ 2022 ਦੀਆਂ ਚੋਣਾਂ ਸੀਐਮ ਚਿਹਰੇ ਦੇ ਨਾਲ ਲੜਨੀਆਂ ਚਾਹੀਦੀਆਂ ਨੇ। ਇਸ ਬਿਆਨ ਨੂੰ ਕਿਵੇਂ ਦੇਖਦੇ ਹੋ? ਇਸ ਗੱਲ ਨੂੰ ਕਿਵੇਂ ਦੇਖਦੇ ਹੋ? ਨਹੀਂ, ਮੈਂ ਇਸ ਬਿਆਨ ਨਾਲ ਬਿਲਕੁਲ ਸਹਿਮਤ ਹਾਂ। ਪਿਛਲੀ ਵਾਰ ਵੀ ਅਸੀਂ ਚਿਹਰੇ ਦੇ ਉੱਪਰ ਚੋਣ ਲੜੀ ਸੀਗੀ ਔਰ ਇਸ ਵਾਰ ਵੀ ਮੈਨੂੰ ਲੱਗਦਾ ਹੈ ਕਿ ਚਰਨਜੀਤ ਸਿੰਘ ਚੰਨੀ ਜੀ ਦੇ ਚਿਹਰੇ ਤੇ ਹੀ ਇਹ ਜਿਹੜੀ ਚੋਣ ਹੈ ਉਹ ਲੜੀ ਜਾਣੀ ਚਾਹੀਦੀ ਹੈ। ਉਹਦੇ ਨਾਲ ਸਾਨੂੰ ਸਾਰੇ ਪੰਜਾਬ ਵਿੱਚ ਇੱਕ ਬਹੁਤ ਵੱਡੀ ਜਿਹੜਾ ਬਲ ਹੈ ਔਰ ਮਜ਼ਬੂਤੀ ਮਿਲੇਗੀ। ਬਾਕੀ ਦੇਖੋ ਫੈਸਲੇ ਹਾਈ ਕਮਾਂਡ ਨੇ ਲੈਣੇ ਹੈ। ਮੈਂ ਆਸ਼ਾ ਕਰਦੀ ਹਾਂ ਕਿ ਇਹ ਫੈਸਲਾ ਵੀ ਪਾਰਟੀ ਬਿਨਾਂ ਕਿਸੇ ਦਬਾਅ ਤੋਂ ਔਰ ਪਾਰਟੀ ਦੇ ਹਿੱਤ ਵਿੱਚ ਜੇ ਫੈਸਲਾ ਲਊਗੀ ਤਾਂ ਪਾਰਟੀ ਇਸ ਦਾ ਵੱਡਾ ਫਾਇਦਾ ਹੋਊਗਾ। ਜੇ ਦਬਾਅ ਔਰ ਲੋਕਾਂ ਦੀਆਂ ਈਗੋਜ਼ ਹੀ ਸੈਟੀਸਫਾਈ ਕਰਨੀ ਹੈ ਤਾਂ ਫਿਰ ਤਾਂ ਪਾਰਟੀ ਦਾ ਜਿੰਨਾ ਮਰਜ਼ੀ ਨੁਕਸਾਨ ਕਰੀ ਚੱਲੋ, ਹੋ ਵੀ ਰਿਹਾ ਤੇ ਅੱਗੇ ਵੀ ਹੁੰਦਾ ਰਹੂਗਾ। अच्छा दामन जी, एक नैशनल क्वेश्चन पूछना चाहूँगा। पिछले दिन ही बीजेपी ਵੱਲੋਂ एक सूची जारी की गई सी अपने उम्मीदवारों की और उस दौरान बीजेपी के कौमी प्रधान JP नड्डा ये कह रहे सी कि पंजाब ਨੂੰ ਸਥਿਰਤਾ ਦੀ ਲੋੜ ਹੈਗੀ ਹੈ और अगर ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਸਥਿਰ ਰਹੇਗਾ। ਤੁਹਾਨੂੰ ਲੱਗਦਾ ਕਿ ਇਹ ਜੋ 4.5 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ ਕਿ ਇਸ ਦੇ ਵਿੱਚ ਸਥਿਰਤਾ ਰਹੀ ਹੈ ਪੰਜਾਬ 'ਚ? ਨਹੀਂ, ਪੰਜਾਬ ਦੇਖੋ ਬਾਰਡਰ ਸਟੇਟ ਹੈ ਔਰ ਪੰਜਾਬ ਵਿੱਚ ਡਿਸਟਰਬੈਂਸਸ ਹਮੇਸ਼ਾ ਹੀ ਰਹੀਆਂ ਹੈ। ਤਾਂ ਆਬਵੀਅਸਲੀ ਪੰਜਾਬ ਦੀ ਸਿਕਿਉਰਿਟੀ ਸਭ ਤੋਂ ਟੌਪ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਔਰ ਬਿਲਕੁਲ ਇੱਕ ਸਟੇਬਲ ਗਵਰਨਮੈਂਟ ਨਾਲ ਹੀ ਪੰਜਾਬ ਵਿੱਚ ਸਥਿਰਤਾ ਰਹੂਗੀ। ਜੇ ਲੀਡਰਸ਼ਿਪ ਇਕਜੁੱਟਤਾ ਨਾਲ ਪੰਜਾਬ ਪੱਖੀ ਜਿਹੜੇ ਫੈਸਲੇ ਲੈਣਗੇ ਤਾਂ ਹੀ ਸਥਿਰਤਾ ਰਹੂਗੀ। ਤੇ ਜੇ ਐਹੀ ਕਾਟੋ ਕਲੇਸ਼ ਹੀ ਚੱਲਦਾ ਰਿਹਾ ਤਾਂ ਫਿਰ ਉੱਥੇ ਕਿਤੇ ਨਾ ਕਿਤੇ ਪੰਜਾਬ ਦੀ ਸਿਕਿਉਰਿਟੀ ਵੀ ਕੰਪਰੋਮਾਈਜ਼। ਦਾਮਨ ਜੀ, ਮੈਂ ਜਾਣਨਾ ਇਹ ਚਾਹੁੰਦਾ ਕਿ ਕੀ ਇਸ ਮਸਲੇ ਨੂੰ 2022 ਦੀਆਂ ਚੋਣਾਂ ਦੇ ਵਿੱਚ ਮੁੱਦਾ ਬਣਨਾ ਚਾਹੀਦਾ ਹੈ ਜਾਂ ਕਿਸੇ ਪਾਰਟੀ ਨੂੰ ਬਣਾਉਣਾ ਚਾਹੀਦਾ ਇਹ ਮੁੱਦਾ? ਨਹੀਂ, ਬਿਲਕੁਲ ਜੀ, ਪੰਜਾਬ ਦੀ ਸਿਕਿਉਰਿਟੀ ਦਾ ਸਭ ਤੋਂ ਅਹਿਮ ਮੁੱਦਾ ਹੋਣਾ ਚਾਹੀਦਾ ਹੈ। ਆਫਟਰ ਆਲ ਇਹ ਬਾਰਡਰ ਸਟੇਟ ਹੈ, ਇੱਥੇ ਪੰਜਾਬ ਨੇ ਬਹੁਤ ਅਖਿਆਈਆਂ ਝੱਲੀਆਂ ਟੈਰਰਿਜ਼ਮ ਵੇਲੇ ਤੇ ਇਹ ਮੁੱਦਾ ਤਾਂ ਸਭ ਤੋਂ ਮੈਨੂੰ ਲੱਗਦਾ ਸਾਰੀ ਹੀ ਪਾਰਟੀਆਂ ਦਾ ਫਰਸਟ ਏਜੰਡਾ ਹੋਣਾ ਚਾਹੀਦਾ। ਤੇ ਜੇ ਨਹੀਂ ਪਾਰਟੀਆਂ ਇਸ ਨੂੰ ਪਹਿਲ ਦੇ ਆਧਾਰ ਤੇ ਲੈਣੀਆਂ ਤਾਂ ਉਸ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੈ ਪੰਜਾਬੀਆਂ ਨੂੰ ਵੀ ਉਠਾਉਣਾ ਪੈ ਸਕਦਾ। ਅੱਛਾ ਦਾਮਨ ਜੀ, ਇੱਕ ਸਿੱਧਾ ਸਵਾਲ ਹੈ ਕਿ ਕਿਹੜੀ ਪਾਰਟੀ, ਅਗਰ ਕਾਂਗਰਸ ਤੋਂ ਬਾਅਦ ਪੁੱਛਿਆ ਜਾਵੇ ਤੁਹਾਨੂੰ ਕਿ ਕਿਹੜੀ ਪਾਰਟੀ ਤੁਹਾਨੂੰ ਜ਼ਿਆਦਾ ਬਿਹਤਰ ਲੱਗਦੀ ਹੈ ਕਾਂਗਰਸ ਤੋਂ ਬਾਅਦ? ऑनेस्टली स्पीकिंग मैं कभी कांग्रेस तो बाहर सोचा ही नहीं सी। हमेशा यही सोचा सी कि कांग्रेस ही अपना जिहड़ा पॉलिटिकल करियर है उसकी शुरुआत की है ते कांग्रेस ही रवांगे। पर अज एडी वड्डी निराशा तो बाद जरूर मन टुटिया है। ये लग रहा है कि जे मेहनत का इसे तरीके कभी मुल नहीं पैना या मेहनत नूं किसी दे भाई भतीजे करके इग्नोर कर दिता गया ਤਾਂ ਫਿਰ ਅੱਗੇ ਵੀ ਸ਼ਾਇਦ ਇਸ ਪਾਰਟੀ ਵਿੱਚ ਜਿਹੜਾ ਹੈਗਾ ਰਹਿਣਾ ਜਾਂ ਪਾਰਟੀ ਦਾ ਸਾਥ ਦੇਣਾ ਔਖਾ ਹੋ ਜਾਊਗਾ। ਬਟ ਮੈਂ ਅੱਜ ਦੇ ਘੜੀ ਵਿੱਚ ਤਾਂ ਮੈਂ ਇੱਕ ਕਾਂਗਰਸ ਪਾਰਟੀ ਦਾ ਹੀ ਹਿੱਸਾ ਤੇ ਮੈਂ ਕਦੀ ਕਾਂਗਰਸ ਦੇ ਇਲਾਵਾ ਕਿਸੇ ਹੋਰ ਪਾਰਟੀ ਬਾਰੇ ਨਾ ਸੋਚਿਆ ਤੇ ਪਰਮਾਤਮਾ ਮਿਹਰ ਕਰੇ ਕਿ ਠੀਕ ਹੈ। ਬਾਕੀ ਦੇਖੋ, ਮੈਂ ਸਮਝਦੀ ਹਾਂ ਕਿ ਪਾਰਟੀਆਂ ਨਾਲੋਂ ਜ਼ਿਆਦਾ ਲੀਡਰਸ਼ਿਪ ਤੇ ਨਿਰਭਰ ਕਰਦਾ ਹੈ। ਜਿਹੜੀ ਵੀ ਲੀਡਰਸ਼ਿਪ ਸਟੇਬਲ ਪੰਜਾਬ ਵਿੱਚ ਗਵਰਨੈਂਸ ਔਰ ਸਟੇਬਲ ਇੱਕ ਸਰਕਾਰ ਪੰਜਾਬ ਵਿੱਚ ਦੇਣ 'ਚ ਕਾਮਯਾਬ ਹੋਊਗੀ, ਉਸੇ ਨੂੰ ਹੀ ਮੋਰੇ ਲਾਉਣ 'ਚ ਫਾਇਦਾ ਹੈ। ਦਾਮਨ ਜੀ, ਤੁਸੀਂ ਜ਼ਿਕਰ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਦਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਤੁਸੀਂ ਕੰਮ ਕੀਤਾ ਔਰ ਇੱਕ ਅੱਛਾ ਉਹਨਾਂ ਦਾ ਕੰਮਕਾਰ ਰਿਹਾ ਹੈਗਾ। ਅਗਰ ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਹੁਣ ਆਪਣੀ ਅਲੱਗ ਪਾਰਟੀ ਬਣਾ ਚੁੱਕੇ ਨੇ, ਤੁਹਾਡੇ ਤੱਕ ਅਪਰੋਚ ਕਰਦੇ ਨੇ ਤਾਂ ਦਾਮਨ ਉਹਨਾਂ ਦੇ ਬਾਰੇ ਕੀ ਸੋਚਣਗੇ? ਨਹੀਂ, ਮੈਂ ਦੇਖੋ ਹਲੇ ਤੱਕ ਨਾ ਤਾਂ ਮੈਨੂੰ ਕਿਸੇ ਨੇ ਅਪਰੋਚ ਕੀਤਾ ਹੈ ਤੇ ਨਾ ਹੀ ਮੈਂ ਕਿਸੇ ਨੂੰ ਅਪਰੋਚ ਕੀਤਾ ਹੈ। ਤੇ ਅੱਗੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਡਿਸੀਜਨ ਮੈਂ ਆਪਣੇ ਸਾਥੀਆਂ ਤੇ ਆਪਣੇ ਪਰਿਵਾਰ ਤੇ ਛੱਡਿਆ। ਜੇ ਇਹੋ ਜਿਹਾ ਕੋਈ ਮੌਕਾ ਆਏਗਾ ਤਾਂ ਉਦੋਂ ਦੀ ਆਪਾਂ ਉਦੋਂ ਸੋਚਾਂਗੇ।
ਠੀਕ ਹੈ, ਚਲੋ ਮੈਂ ਲਾਸਟ ਦੇ ਵਿੱਚ ਕੁਝ ਚਿਹਰਿਆਂ ਦੇ ਨਾਮ ਲੈਣਾ ਚਾਹੂੰਗਾ, ਤੁਸੀਂ ਉਹਨਾਂ ਦੇ ਬਾਰੇ ਇੱਕ ਵਰਡ ਦੇ ਵਿੱਚ ਕਮੈਂਟ ਕਰ ਸਕਦੇ ਹੋ। ਮੁੱਖ ਮੰਤਰੀ ਚੰਨੀ ਬਾਰੇ ਕੀ ਸੋਚਦੇ ਹੋ? ਬਹੁਤ ਹੀ ਡਾਊਨ ਟੂ ਅਰਥ ਔਰ ਇੱਕ ਜ਼ਮੀਨ ਨਾਲ ਜੁੜੇ ਹੋਏ ਲੀਡਰ। ਰਾਹੁਲ ਗਾਂਧੀ? ਰਾਹੁਲ ਗਾਂਧੀ ਇੱਕ ਨਵੀਂ ਸੋਚ ਹੈ ਜੀ, ਜਿਨ੍ਹਾਂ ਨੇ ਸਾਡੇ ਵਰਗੇ ਨੌਜਵਾਨਾਂ ਨੂੰ ਮੌਕਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ? ਕੈਪਟਨ ਸਟੇਟਸਮੈਨ ਹੈ ਜੀ, ਇੱਕ ਬਹੁਤ ਵਧੀਆ ਇੱਕ ਡਿਸਪਲਿਨਡ ਲੀਡਰ ਨੇ, ਪਾਰਟੀ ਸਾਡੇ ਬੜੇ ਸਨਮਾਨਿਤ ਲੀਡਰ ਰਹੇ ਨੇ। ਨਵਜੋਤ ਸਿੰਘ ਸਿੱਧੂ? ਸਾਡੇ ਪੀਸੀਸੀ ਦੇ ਪ੍ਰਧਾਨ ਨੇ ਜੀ, ਬਹੁਤ ਸਤਿਕਾਰਯੋਗ ਨੇ। ਓਕੇ, ਲਾਸਟ ਦੇ ਵਿੱਚ ਨਰਿੰਦਰ ਮੋਦੀ? ਮੋਦੀ ਸਾਹਿਬ ਬਾਰੇ ਤਾਂ ਕੀ ਮੈਂ ਕਹਾਂ, ਮੋਦੀ ਸਾਹਿਬ ਬਾਰੇ ਤਾਂ ਮੇਰਾ ਇਹੀ ਕਮੈਂਟ ਹੈ ਕਿ ਉਹਨਾਂ ਨੂੰ ਜਿਹੜਾ ਹੈਗਾ ਆਪਣੇ ਜਿਹੜੇ ਹਿੰਦੁਤਵਾ ਦੇ ਏਜੰਡੇ ਤੋਂ ਉੱਪਰ ਉੱਠ ਕੇ ਦੇਸ਼ ਦੇ ਜਿਹੜਾ ਹਿੱਤ ਹੈ ਉਸ ਨੂੰ ਮੁੱਖ ਰੱਖਣਾ ਚਾਹੀਦਾ। ਠੀਕ ਹੈ, ਮੈਂ ਬਸ ਇਹ ਲਾਸਟ ਦੇ ਵਿੱਚ ਇਹੀ ਕਹੂੰਗਾ ਕਿ ਤੁਸੀਂ ਕੀ 2022 ਦੇ ਵਿੱਚ ਸਿਆਸਤ 'ਚ ਸਰਗਰਮ ਰਹੋਗੇ? दामन बाजवा सरगर्म रहेगी? दामन बाजवा सुनाम और सुनाम शहीद उधम सिंह वाला ली हमेशा सरगर्म रहेगी। जब तक परमात्मा ने साह बख्शे मैं सरगर्म रहूंगी। और सियासत मतलब सियासी हैगी तो सियासत में भी सरगर्म रहूंगी, पर मेरा मुख्य एजेंडा सुनाम दा विकास और सुनाम दे कामकार है। शुक्रिया दामन जी, जुड़े तुसी इंडिया न्यूज़ पंजाब दे नाल, तुहाडा बहुत बहुत धन्यवाद। सो दामन बाजवा जिन्हां दी टिकट जिहड़ी है वो सुनाम हलके तो जिहड़ी है वो कट्टी गई है। हालांकि जिक्र कर रहे सी कि आखिर तक उन्होंने उम्मीद सी कि टिकट जिहड़ी है फाइनल होवेगी, हाई कमांड ते उन्होंने पूरा भरोसा सी। और जिक्र कर रहे सी कि 2017 दे विच भी राहुल गांधी वालों उन्होंने टिकट दित्ती गई सी और भरोसा दिवाया गया सी कि अगली बार भी जिहड़ी है वो टिकट दित्ती जाएगी। पर किते ना किते जो पार्टी दे विच अंदर चेंज होया, जो स्ट्रक्चरल ढांचा सीगा जिहड़ा उसदा विस्तार होया, उसदा भी असर किते ना किते हो सकदा। पर नाल दी नाल इह भी कह रहे ने कि 2022 दीआं चोणां दे विच दामन बाजवा बिल्कुल सरगर्म रहेगी और सुनाम दे हलके दे लोकां दे विकास ने जिहड़े उस दे लई डट के खड़ी रहेगी। सो देखना होवेगा कि आउण वाले दिनां दे विच दामन बाजवा दा की रुख रहण वाला, की फैसला रहण वाला, की स्टैंड होएगा उन्हां दा सियासत दे विच। फिलहाल इन्ना ही, जुड़े रहो इंडिया न्यूज़ पंजाब दे नाल।